ਹੈਲੋ ਸਟੂਡੈਂਟਸ, ਵੈਲਕਮ ਬੈਕ। ਆਪਾਂ ਲਾਸਟ ਵੀਡੀਓ ਦੇ ਵਿੱਚ ਸਮਝਾਇਆ ਸੀ, ਇੱਕ ਸਮ ਵੀ ਕੀਤਾ ਸੀ, ਹਾਊ ਟੂ ਕਨਵਰਟ ਕੰਪਲੈਕਸ ਨੰਬਰ ਇਨਟੂ ਪੋਲਰ ਫਾਰਮ। ਪੋਲਰ ਫਾਰਮ ਸਮਝਾਈ ਸੀ ਆਰ ਥੀਟਾ ਵਾਲੀ। ਉਹਦੇ ਨਾਲ ਦੇ ਕੁਝ ਸਮ ਹੈ, ਦੇਖਣਾ ਇਹ ਦੋ ਸਮ ਹੈ। ਪਹਿਲਾਂ ਆਪਾਂ ਥਰਡ ਸਮ ਕਰਾਂਗੇ, ਕਨਵਰਟ ਕਰੋ 1 ਮਾਈਨਸ ਯੂਟਾ ਨੂੰ ਪੋਲਰ ਫਾਰਮ 'ਚ। ਤੇ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਵੀ ਆਪਾਂ ਨੂੰ ਪੋਲਰ ਫਾਰਮ 'ਚ ਲਿਖਣਾ ਤੇ ਪੋਲਰ ਫਾਰਮ 'ਚ ਕੀ ਹੁੰਦਾ ਸੀ, ਕਿਹੜੀ ਫਾਰਮ ਹੁੰਦੀ ਸੀ, ਐਕਸ ਨੂੰ ਰੀਅਲ ਪਾਰਟ ਨੂੰ ਆਰ ਕੋਸ ਥੀਟਾ ਤੇ ਇਮੇਜਿਨਰੀ ਨੂੰ ਆਰ ਸਾਈਨ ਥੀਟਾ। ਤੇ ਇਹਨੂੰ ਸਿੱਧਾ ਹੀ ਕੀ ਲਿਖ ਦਿੰਦੇ ਨੇ ਆਪਾਂ, ਇੱਥੇ ਰੀਅਲ ਪਾਰਟ ਕਿੰਨਾ ਆ ਗਿਆ 1 ਨੂੰ ਕੀ ਪੁੱਟ ਕਰ ਦੇਣਾ ਆਰ ਕੋਸ ਥੀਟਾ ਤੇ ਇਮੇਜਿਨਰੀ ਨੂੰ ਆਰ ਸਾਈਨ ਥੀਟਾ। ਜਾਂ ਮੈਂ ਤੁਹਾਨੂੰ ਕਹੀ ਸਿੱਧਾ ਹੀ ਲਿਖ ਲਿਆ ਕਰੋ ਇਦਾਂ। ਜਦੋਂ ਵੀ ਇਹਨੇ ਕਿਹਾ ਹੈਗਾ ਤੁਹਾਨੂੰ ਕੰਪਲੈਕਸ ਨੰਬਰ ਨੂੰ ਪੋਲਰ ਫਾਰਮ 'ਚ ਲਿਖੋ, ਤੇ ਕੰਪਲੈਕਸ ਨੰਬਰ ਪੋਲਰ ਫਾਰਮ 'ਚ ਕੀ ਹੁੰਦਾ ਹੈ, 1 ਮਾਈਨਸ ਇਓਟਾ ਨੂੰ ਆਪਾਂ ਕਿੱਦਾਂ ਲਿਖ ਦਿੰਦੇ ਆ, ਆਰ ਕਾਮਨ ਕੋਸ ਥੀਟਾ ਪਲਸ ਇਓਟਾ ਸਾਈਨ ਥੀਟਾ। ਠੀਕ ਹੈ ਜੀ, ਇਦਾਂ ਦੱਸਿਆ ਹੀ ਉਦੋਂ ਆਪਾਂ ਆਰਟੀਕਲ 'ਚ। ਇਹ ਤੇ ਐਕਸ ਨੂੰ ਕੀ ਪੁੱਟ ਕਰਦੇ ਸੀ ਆਰ ਕੋਸ ਥੀਟਾ ਤੇ ਵਾਈ ਨੂੰ ਕੀ ਪੁੱਟ ਕਰਦੇ ਸੀ ਆਰ ਸਾਈਨ ਥੀਟਾ। ਇਦਾਂ ਕੀਤਾ ਸੀ ਨਾ। ਫਿਰ ਆਪਾਂ ਬਾਰ-ਬਾਰ ਨਹੀਂ ਲਿਖਣਾ ਇਹ ਚੀਜ਼ ਵੀ ਐਕਸ ਨੂੰ ਕੀ ਪੁੱਟ ਕੀਤਾ ਸੀ ਆਰ ਕੋਸ ਥੀਟਾ ਤੇ ਵਾਈ ਨੂੰ, ਹੈ ਨਾ, ਇਹਨੂੰ ਥੋੜਾ ਇੱਧਰ ਕਰਕੇ ਲਿਖ ਲਓ, ਐਕਸ ਪਲਸ ਇਓਟਾ ਵਾਈ। ਐਕਸ ਨੂੰ ਕੀ ਪੁੱਟ ਕਰਦੇ ਸੀ ਆਰ ਕੋਸ ਥੀਟਾ ਤੇ ਵਾਈ ਨੂੰ ਆਰ ਸਾਈਨ ਥੀਟਾ, ਆਰ ਕਾਮਨ ਕੱਢ ਦਿੰਦੇ ਸੀ, ਹੈ ਨਾ, ਸਾਈਨ ਥੀਟਾ। ਅਸੀਂ ਕੀ ਕਰਨਾ, ਆਪਾਂ ਹਰ ਇੱਕ ਨੂੰ ਜਿਹੜਾ ਵੀ ਕੰਪਲੈਕਸ ਨੰਬਰ ਹੋਏਗਾ ਇਹਨੂੰ ਅਗਰ ਇਦਾਂ ਲਿਖ ਦਈਏ, ਇਹਨੂੰ ਆਪਾਂ ਕੀ ਬੋਲ ਦਿੰਦੇ ਆ ਪੋਲਰ ਫਾਰਮ, ਆਰ ਤੇ ਥੀਟਾ। ਬੇਸ਼ੱਕ ਇੱਥੇ ਸਾਡੇ ਕੋਲ ਐਕਸ ਤੇ ਵਾਈ ਨਹੀਂਗਾ, ਆਪਾਂ ਕੰਪੇਅਰ ਕਰ ਲੈਣਾ। ਜਿਹੜਾ ਵੀ ਕੰਪਲੈਕਸ ਨੰਬਰ ਉਹਨੇ ਕਿਹਾ ਹੈਗਾ ਪੋਲਰ ਫਾਰਮ 'ਚ ਲਿਖਿਓ, ਤੁਸੀਂ ਉਹਨੂੰ ਪੋਲਰ ਫਾਰਮ ਕੀ ਲਿਖ ਦੇਣੀ ਹੈ, ਆਰ ਕੋਸ ਥੀਟਾ ਪਲਸ ਇਓਟਾ ਸਾਈਨ, ਸੌਰੀ ਇਓਟਾ ਵੀ ਆਣਾ ਵਿੱਚ, ਆਰ ਕੋਸ ਥੀਟਾ ਪਲਸ ਇਓਟਾ ਸਾਈਨ ਥੀਟਾ। ਐਕਸ ਪਲਸ ਇਓਟਾ ਵੀ ਜਨਰਲ ਸੀ ਉਦਾਂ ਹੀ। ਜਿਹੜਾ ਵੀ ਕੰਪਲੈਕਸ ਨੰਬਰ ਉਹਨੇ ਕਿਹਾ ਹੈਗਾ ਪੋਲਰ ਫਾਰਮ 'ਚ ਲਿਖੋ, ਤੁਸੀਂ ਉਹਨੂੰ ਕੀ ਲਿਖ ਦੇਣਾ, ਆਰ ਕੋਸ ਥੀਟਾ ਪਲਸ ਇਓਟਾ ਸਾਈਨ ਥੀਟਾ। ਇਹਦੇ ਵਿੱਚ x ਕਿੰਨਾ ਹੈਗਾ, ਰੀਅਲ ਪਾਰਟ ਕੰਪੇਅਰ ਕਰਿਓ, ਕਿਉਂਕਿ ਆਪਾਂ ਲਿਖਣਾ ਸੀ ਇਹਨੂੰ ਲਿਖਤਾ। ਉਹਨੇ ਕੀ ਕਿਹਾ, ਇਹਨੂੰ ਕਹੇ ਤੇ ਲਿਖੋ ਪੋਲਰ ਫਾਰਮ 'ਚ, ਤੇ ਪੋਲਰ ਫਾਰਮ 'ਚ ਲਿਖਿਆ ਗਿਆ 1 ਮਾਈਨਸ ਇਓਟਾ। ਪੋਲਰ ਫਾਰਮ ਇਹੀ ਹੁੰਦੀ ਆ, ਆਰ ਤੇ ਥੀਟਾ ਲਿਖਤਾ। ਆਪਾਂ ਕੀ ਨਿਕਾਲਣਾ ਹੈ, ਸਿਰਫ ਇਹਦੇ ਵਿੱਚੋਂ ਆਰ ਤੇ ਥੀਟਾ ਦੀ ਵੈਲਿਊ। ਮੈਂ ਤੁਹਾਨੂੰ ਕਿਹਾ ਕਿੱਦਾਂ ਨਿਕਾਲਿਓ, ਦੋ ਤਰੀਕੇ ਹੈ। ਮੈਂ ਦੂਜਾ ਤਰੀਕਾ ਨਹੀਂ ਕਰਾਇਆ, ਮੈਂ ਤੁਹਾਨੂੰ ਸਿੱਧਾ ਇੱਕੋ ਹੀ ਕਰਵਾਤਾ ਸੀ। ਕਿੱਦਾਂ, ਆਰ ਦਾ ਫਾਰਮੂਲਾ ਯਾਦ ਰੱਖ ਲਿਓ, ਐਕਸ ਸਕੁਅਰ ਪਲਸ ਵਾਈ ਸਕੁਅਰ। ਸਾਨੂੰ ਪਤਾ ਆਰ ਕੀ ਹੁੰਦਾ ਹੈ, ਅੰਡਰ ਐਕਸ ਸਕੁਅਰ ਪਲਸ ਵਾਈ ਸਕੁਅਰ। ਤੇ ਥੀਟਾ ਕਿੱਦਾਂ ਨਿਕਲਦਾ ਹੈ, ਟੈਨ ਥੀਟਾ ਕਿਹਦੇ ਇਕੁਅਲ ਹੁੰਦਾ ਹੈ, ਵਾਈ ਬਾਈ ਐਕਸ। ਇਹੀ ਦੋ ਚੀਜ਼ਾਂ ਦੱਸੀਆਂ ਨਾ, ਸਿੱਧੇ ਕਰ ਲਿਓ। ਹੁਣ ਇਹਦੇ ਵਿੱਚ ਸਾਡੇ ਕੋਲ ਐਕਸ ਕੀ ਹੈ ਤੇ ਵਾਈ ਕੀ ਹੈ। ਜਨਰਲੀ ਆਪਾਂ ਜਦੋਂ ਆਰਟੀਕਲ ਕੀਤਾ ਸੀ ਤੇ ਐਕਸ ਕੀ ਆਇੰਦਾ ਰੀਅਲ ਪਾਰਟ, ਐਕਸ ਕਿੰਨਾ ਆ ਗਿਆ 1, ਤੇ ਇਮੇਜਿਨਰੀ ਪਾਰਟ ਕੀ ਹੁੰਦਾ ਸੀ ਜਿਹੜਾ ਇਓਟਾ ਦੇ ਨਾਲ ਲੱਗੇ। ਹੁਣ ਇਓਟਾ ਨਾਲ ਲਿਖ ਦਿਓ, ਕਿਉਂਕਿ ਇਮੇਜਿਨਰੀ ਪਾਰਟ ਕੀ ਹੁੰਦਾ ਸੀ ਐਕਸ ਪਲਸ ਇਓਟਾ ਵਾਈ, ਇਓਟਾ ਦੇ ਨਾਲ ਵਾਲੀ ਟਰਮ। ਹੁਣ ਤੁਸੀਂ ਕਹੋਗੇ ਸਰ ਇਹਦੇ ਨਾਲ ਤੇ ਕੁਝ ਹੈ ਹੀ ਨਹੀਂਗਾ, ਤੇ ਫਿਰ -1 ਨਹੀਂਗਾ ਤੇ 1, ਕਿਉਂਕਿ ਮਾਈਨਸ ਹੈ ਤੇ ਇਹਦਾ ਮਤਲਬ ਹੈ ਕਿੰਨਾ ਆ ਗਿਆ, x ਕਿੰਨਾ ਆ ਗਿਆ 1 ਤੇ y ਕਿੰਨਾ ਆ ਗਿਆ -1। ਫਿਰ ਤੋਂ ਸੁਣਨਾ, ਉਹਨੇ ਕਿਹਾ ਇਹਨੂੰ ਪੋਲਰ ਫਾਰਮ 'ਚ ਲਿਖੋ, ਤੇ ਆ ਪੋਲਰ ਫਾਰਮ 'ਚ ਆਪਾਂ ਪਹਿਲੀ ਲਾਈਨ 'ਚ ਲਿਖਤਾ ਇਹਨੂੰ 1 ਮਾਈਨਸ ਇਓਟਾ ਇਜ਼ ਇਕੁਅਲ ਟੂ ਆਰ ਕੋਸ ਥੀਟਾ ਪਲਸ ਇਓਟਾ ਸਾਈਨ ਥੀਟਾ। ਕਿੱਦਾਂ, ਪਿਛਲੀ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀ, ਦੇਖਣਾ ਪੋਲਰ ਫਾਰਮ 'ਚ ਲਿਖਿਆ ਗਿਆ। ਇਹਦੇ ਵਿੱਚੋਂ ਆਪਾਂ ਕੀ ਨਿਕਾਲਣਾ, ਸਿਰਫ ਆਰ ਤੇ ਥੀਟਾ। ਕਿੱਦਾਂ, ਦੋ ਤਰੀਕੇ ਹੁੰਦੇ ਆ। ਹੁਣ ਦੂਜਾ ਤਰੀਕਾ ਇਸ ਕਰਕੇ ਨਹੀਂ ਕਰਾਣੇ, ਹੋਗੀ ਉਹ ਫਿਰ ਕਾਫੀ ਟ੍ਰਿਗਨੋਮੈਟਰੀ ਦਾ ਥੋੜਾ ਜਿਹਾ ਕੰਸੈਪਟ ਸਮਝਾਉਣਾ ਪੈਣਾ ਸੀ, ਇਸ ਕਰਕੇ ਮੈਂ ਸਿੱਧਾ ਹੀ ਕਰਤਾ। ਇਹਨੂੰ ਕੰਪੇਅਰ ਕਰ ਲਿਆ ਕਰੋ, x1 y -1, ਤੇ r ਦਾ ਕੀ ਫਾਰਮੂਲਾ ਹੁੰਦਾ ਹੈ, ਅੰਡਰ x ਸਕੁਅਰ ਪਲਸ y ਸਕੁਅਰ। ਸਿੱਧਾ ਹੀ ਫਾਰਮੂਲਾ ਲਗਾ, r ਕਿਹਦੇ ਇਕੁਅਲ ਆ ਗਿਆ, x ਸਕੁਅਰ ਪਲਸ y ਸਕੁਅਰ। ਕਰੋ ਇਹਦੀ ਸਕੁਅਰਿੰਗ, x ਦਾ ਸਕੁਅਰ 1 ਦਾ ਸਕੁਅਰ ਮਾਈਨਸ 1 ਦਾ ਸਕੁਅਰ, ਇਹ ਕਿੰਨਾ ਆ ਗਿਆ 1 + 1, r ਕਿੰਨਾ ਆ ਗਿਆ ਅੰਡਰ 2। ਪੋਲਰ ਫਾਰਮ 'ਚ ਲਿਖਣਾ ਸੀ, ਪੋਲਰ ਫਾਰਮ 'ਚ ਤੇ ਆਪਾਂ ਪਹਿਲੀ ਲਾਈਨ 'ਚ ਲਿਖਤਾ, ਜਿਹਨੂੰ ਇਕੁਏਸ਼ਨ 1 ਪਾਇਆ, ਇਕੁਏਸ਼ਨ 1 ਪਾਤਾ, ਇਹਦਾ ਮਤਲਬ ਸਾਡੇ ਕੋਲ ਆਨਸਰ ਆ ਗਿਆ। ਪਹਿਲੀ ਇਕੁਏਸ਼ਨ ਹੀ ਪੋਲਰ ਫਾਰਮ 'ਚ ਲਿਖੀ ਗਈ। ਬਸ ਆਪਾਂ ਕੀ ਨਿਕਾਲਣਾ ਹੈ, ਆਰ ਤੇ ਥੀਟਾ। ਆਰ ਦਾ ਕੀ ਫਾਰਮੂਲਾ ਹੁੰਦਾ ਸੀ, ਅੰਡਰ ਐਕਸ ਸਕੁਅਰ ਪਲਸ ਵਾਈ ਸਕੁਅਰ, ਆਰ ਨਿਕਲ ਗਿਆ। ਫਿਰ ਹੁਣ ਕੀ ਨਿਕਾਲਣਾ ਆਪਾਂ ਨੇ ਦੂਜੇ ਨੰਬਰ ਤੇ, ਥੀਟਾ। ਥੀਟਾ ਕਿੱਥੋਂ ਨਿਕਾਲਦੇ ਸੀ, ਟੈਨ ਥੀਟਾ। ਕੀ ਫਾਰਮੂਲਾ ਹੁੰਦਾ ਟੈਨ ਥੀਟਾ ਦਾ, ਵਾਈ ਬਾਈ ਐਕਸ। ਵਾਈ ਕਿੰਨਾ ਹੈ -1, ਐਕਸ ਕਿੰਨਾ ਹੈ 1, ਟੈਨ ਥੀਟਾ ਕਿੰਨਾ ਆ ਗਿਆ -1। ਫਿਰ ਮੈਂ ਤੁਹਾਨੂੰ ਕੀ ਕਹੀ, ਕਿਉਂਕਿ ਕੰਪਲੈਕਸ ਨੰਬਰ 'ਚ ਆਪਾਂ ਪ੍ਰਿੰਸੀਪਲ ਵੈਲਿਊ ਲੈਣੀ ਹੁੰਦੀ ਹੈ, ਤੇ ਤੁਸੀਂ ਯਾਦ ਰੱਖਣਾ, ਮੈਂ ਤੁਹਾਨੂੰ ਸਮਝਾਇਆ ਸੀ, ਇੱਥੇ ਦੇਖਣਾ ਛੋਟਾ ਜਿਹਾ। ਆਪਾਂ ਜਦੋਂ ਪ੍ਰਿੰਸੀਪਲ ਵੈਲਿਊ ਕੱਢਣੇ ਹੁੰਦੇ ਸੀ ਤੇ ਫਸਟ ਕੁਆਡਰੈਂਟ, ਫਿਰ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਨੂੰ ਚੈੱਕ ਕਰਨਾ ਪਏਗਾ ਵੀ ਥੀਟਾ ਕਿਹੜੇ ਕੁਆਡਰੈਂਟ 'ਚ ਜਾਂਦਾ ਹੈ।
अगर थीटा फर्स्ट क्वाड्रेंट जाता तो उन्होंने आप थीटा ही लिख देना, सैकेंड क्वाड्रेंट जाता तो फिर पाई माइनस थीटा, पाई मतलब 180। अगर थर्ड क्वाड्रेंट जाता तो माइनस पाई प्लस थीटा, अगर फोर्थ जाता तो माइनस थीटा। यह तुहानूं क्या सी पिछली वीडियो च भी दस्सिया ही तुहानूं भी थीटा की आप प्रिंसीपल वैल्यू लैनी होंदी है, तो प्रिंसीपल वैल्यू हम चैक करना पेगा भी थीटा किहड़े क्वाड्रेंट च है। किद्दां पता लगेगा किहड़े क्वाड्रेंट च है? दो तरीके होंदे हैं, मैं इक्को ही करवाया तुहानूं। किहड़ा? इत्थों देखियो, एक्स पॉजिटिव वाई नैगेटिव। आपां 10th च पढ़िया एक्स पॉजिटिव वाई नैगेटिव किह च हुंदा सी, एक च दोनों पॉजिटिव। फर्स्ट क्वाड्रेंट च की हुंदा सी एक्स भी पॉजिटिव ते वाई भी पॉजिटिव, है ना। दूसरे क्वाड्रेंट च एक्स नैगेटिव वाई पॉजिटिव, तीसरे च एक्स भी नैगेटिव वाई भी नैगेटिव, ते फोर्थ दे विच एक्स पॉजिटिव। देखो फोर्थ क्वाड्रेंट एक्स पॉजिटिव ते वाई नैगेटिव, इदां भी पता लग जांदा एक्स पॉजिटिव ते वाई नैगेटिव। इहदा मतलब जदों आपां इत्थे टैन थीटा कढना है ते टैन थीटा किहड़े क्वाड्रेंट च आएगा? फोर्थ क्वाड्रेंट च। ते फोर्थ क्वाड्रेंट च आपां थीटा नूं किदां लिखने आ? माइनस थीटा। मतलब अच्छा लिख लो थीटा कितना आ गया। अच्छा टैन थीटा 1 कदों होंदा है? माइनस छड्ड दिओ। टैन थीटा 1 कदों होंदा है? पाई बाय 4 से। टैन थीटा 1 कदों होंदा है? पाई बाय 4। टैन पाई बाय 4 होंदा ना 1। पर थीटा के माइनस इहदे विच देखो माइनस किन्ने एडजस्ट करना है? माइनस इन्ने एडजस्ट कर देना भी ये किहड़े क्वाड्रेंट च है। माइनस 1 है ना, माइनस किन्ने एडजस्ट करना है? इन्ने एडजस्ट कर देना भी ये किहड़े क्वाड्रेंट च है। जिद्दां ते लिखता थीटा टैन थीटा 1 कदों होंदा है? पाई बाय 4 से। पर पाई बाय 4 किहदे च? लाइज इन फोर्थ क्वाड्रेंट। किद्दां पता लग्या फोर्थ क्वाड्रेंट है? क्योंकि एक्स पॉजिटिव वाई नैगेटिव, ते एक्स पॉजिटिव वाई नैगेटिव किह च हुंदा है? फोर्थ क्वाड्रेंट च। ਇਹਦਾ मतलब फिर प्रिंसीपल वैल्यू कितनी होगी थीटा दी? देखो प्रिंसीपल वैल्यू कितनी होगी थीटा दी? कितनी आ गई फिर? क्योंकि सानू पता है अगर फोर्थ क्वाड्रेंट होएगा फिर ਆਪਾਂ ਕੀ ਲੈਣਾ माइनस थीटा, ਤੇ ਇਹ कितनी आ गई ਸਾਡੇ ਕੋਲ माइनस पाई बाय 4। प्रिंसीपल वैल्यू ऑफ थीटा कितनी आ गई? माइनस पाई बाय 4। फिर तो सुनना ਇੱਥੇ ਤੁਹਾਨੂੰ tan थीटा ਦੀ प्रॉब्लम आनी है। थीटा ਜਦੋਂ भी ਕੱਢੋਗੇ ਪਹਿਲਾਂ ਇਹ ਚੈੱਕ ਜ਼ਰੂਰ ਕਰ ਲਿਓ ਵੀ थीटा ਕਿਹੜੇ ਕੁਆਡਰੈਂਟ 'ਚ ਹੈ। दो चीज़ों का ध्यान रखना है, एक तो आप चेक करना थीटा किहड़े क्वाड्रेंट च है, किद्दां पता लगेगा किहड़े क्वाड्रेंट च है। एक्स वाई की वैल्यू चेक करियो, पहले जो दोनों पॉजिटिव, दूजे च एक्स नैगेटिव वाई पॉजिटिव, जेडे सम के अकॉर्डिंग जिद्दां दिता होएगा फिर आप हिसाब नाल उस अकॉर्डिंग आपां क्वाड्रेंट लै लेना। पहली गल आपां तुहानूं दस्सिया ही, मैं जो समझाई तुहानूं मैं तुहानूं गया ही, मैं तुहानूं समझ दसांगा भी किहड़ा क्वाड्रेंट लैना कदों लैना है, वो सानूं इत्थों पता लगना एक्स वाई की वैल्यू चों। फिर दूसरी गल की याद रखनी है भी जो सानू यह पता लग गया भी फोर्थ क्वाड्रेंट च थीटा जिदा आ गया फोर्थ क्वाड्रेंट च, फिर यह भी याद रखियो भी अगर फर्स्ट क्वाड्रेंट जाता है कितना पता लगेगा एक्स वाई की वैल्यू तो। अगर फर्स्ट क्वाड्रेंट जाता है फिर थीटा नूं थीटा ही रहने देना जी। अगर सैकेंड क्वाड्रेंट जाता है तो पाई माइनस थीटा, अगर थर्ड क्वाड्रेंट जाता तो माइनस पाई प्लस थीटा, तो फोर्थ जाता तो माइनस थीटा। जिदा इत्थों टैन थीटा तुसीं -1 कढ लिया, इत्थों थीटा कितना आ गया आप माइनस छड्ड दो। टैन थीटा 1 कदों हुंदा है? पाई बाय 4 ते टैन 45 डिग्री। पाई बाय 4 मतलब वो पाई बाय 4 मतलब 45 डिग्री। तो 45 डिग्री भी लिख सकते थे, ये पाई बाय 4 नहीं लिखना तो तुम इदा भी लिख दो। मैं तुहानूं पहला भी कहा थी 45 डिग्री लिख लो या पाई बाय 4 लिख लो, दोनों का मतलब सेम है। तो प्रिंसीपल वैल्यू लेनी है तो प्रिंसीपल वैल्यू फोर्थ क्वाड्रेंट की होगी माइनस थीटा, इस करके आप थीटा की वैल्यू पाई बाय 4 नहीं की पुट करना है। इनू चेक करने तो बाद -45 या -45 डिग्री। हुण इनू आपां पोलर फॉर्म च लिखना ही, ए आर ते ए थीटा दी वैल्यू तुसीं के च पुट कर देनी। मैं थोड़ा रब करन लगा, मैं थोड़ा रब कर देना, पता लग ही गया पर दोनों समझ करना की है पोलर फॉर्म च लग जाना। ए तुसीं आर ते थीटा दी वैल्यू के च पुट करनी है, पुट आर एंड थीटा इन 1। ए जिहड़ी आपां इक्वेशन नंबर 1 मन्नी सी। ਇਹਦਾ मतलब फिर 1 माइनस एटा किहदे इक्वल आ गया? आर कितना आ गया? √2 ते ए कितना आ गया? cos पाई बाय 4 या 45 डिग्री 45 डिग्री देख लियो। मैं तुहानूं कहा ना इससे उन्हें 45 डिग्री उन्होंने आंसर च इदां लिखिया होना पाई प्लस एटा साइन ए थीटा कितना आ गया? पाई बाय 4। ए तुहाडा आंसर इत्थे खत्म हो गया थर्ड सम। आपां की कीता 1 माइनस एटा नूं किह च लिखता पोलर फॉर्म च।
ध्यान नाल देखना पोलर फॉर्म है आर कॉमन कोस थीटा ते इयोटा साइन थीटा। आंसर साडा पहली लाइन 'च ही आ गया। आपां सिर्फ की निकालना आर ते थीटा। दो मैथड होंदे तुहाडी बुक 'ਚ होर तरह दित्ते दा है, मैं बिल्कुल सिंपल तरीका कराता है। ये चो आर ते थीटा किद्दां करना आपां सीधा फार्मूला ही याद रखे दा है। आर के देखो होंदा है अंडर एक्स स्क्वायर प्लस वाई स्क्वायर, पिछले आर्टिकल पढ़े ही इत्थों आर निकल जाना है ते टैन थीटा तो ही निकल जाना है वाई बाई एक्स तो थीटा। थीटा करने वास्ते दो चीज़ां ध्यान रखियो। पहला देखियो भी किहड़े क्वाड्रेंट च आंदा है, पहला देखियो थीटा किहड़े क्वाड्रेंट च आंदा है किद्दां एक्स वाई दी वैल्यू नाल, जिद्दां इत्थे फोर्थ क्वाड्रेंट च आ गया। फिर जिहड़ा इत्थे थीटा आएगा चाहे पॉजिटिव है चाहे नेगेटिव है, आपां पॉजिटिव लैके वैल्यू पढ़नी है। चाहे इत्थे नेगेटिव आंदा चाहे पॉजिटिव आंदा, आपां पॉजिटिव लैके वैल्यू माइंड 'च करना है भी टैन थीटा 1 कदों होंदा है 45 डिग्री। पर यह माइनस क्यों आया, क्योंकि यह थीटा किहदे विच हैगा ही एक्स वाई पॉजिटिव वाई नेगेटिव फोर्थ क्वाड्रेंट। तो फोर्थ क्वाड्रेंट दे विच फिर प्रिंसीपल वैल्यू कितनी लेनी हुंदी है याद रखना। अगर फर्स्ट चाहे तो थीटा, सैकेंड चाहे तो 180 माइनस थीटा, थर्ड चाहे तो -180 प्लस थीटा, फोर्थ चाहे तो माइनस थीटा। इत्थे 45 ही क्योंकि प्रिंसीपल वैल्यू लेनी है तो कितना आ गया -45 डिग्री। यह जो आर ते थीटा की वैल्यू आई है फिर तुम इक्वेशन 1 च पुट कर देनी है। यह साढ़े को क्या आना है आंसर। आपां कंपलैक्स नंबर नूं पोलर फॉर्म च लिखता। उदा ही तुम फिफ्थ सम देखो, ये कहता किनू कन्वर्ट करो -1 माइनस इयोटा नूं। मैं फिफ्थ सम का सोल्यूशन कर लगा इत्थे हुण रब कर लगा -1 माइनस इयोटा। हुण आपां किनू कन्वर्ट करना है, सारा सम सेम रह गया, बस यही चेंज होनी है, बाकी सारा कुछ सेम ही आई जाना है। -1 माइनस इयोटा करो, इनू पोलर फॉर्म च लिखो। जिले इनू पोलर फॉर्म च लिखोगे इत्थे माइनस आ जाना है। -1 माइनस इयोटा फिर पोलर फॉर्म आ गई, आंसर आ गया। फिफ्थ सम है। फिर इनू पोलर फॉर्म च लिखो, लिखता आर कोस थीटा प्लस इयोटा साइन थीटा। फिर आपां की निकालना है आर ते थीटा। हुण इत्थे एक्स मतलब रियल पार्ट कितना आ गया, 1 की जगह कितना आ गया -1, 1 की जगह कितना आ गया -1। वाई कितना है, वाई फिर हुई है -1। आर की वैल्यू फिर हुई अंडर एक्स स्क्वायर प्लस वाई स्क्वायर। इत्थे हुण एक्स कितना आ गया, एक्स कितना आ गया -1 दा स्क्वायर। एक्स कितना आ गया -1 दा स्क्वायर, पर -1 दा स्क्वायर फिर 1 ही गया, अभी 1। आर फिर कितना आ गया अंडर 2। फिर टैन थीटा, टैन थीटा किहदे कोल हुंदा वाई बाई एक्स। इच वाई कितना -1 ते एक्स भी कितना -1। ए कट के इत्थे की आ गया +1। इत्थे कितना आ गया टैन थीटा कितना आ गया कट के कितना आ गया +1। हुण टैन थीटा +1 कदों हुंदा है, 1 कदों हुंदा है 45 डिग्री दे। फिर उदा ही लिख लो 45 डिग्री या π/4, दोनों का मतलब सेम ही है। पर यह किहड़े क्वाड्रेंट च है जरूर लिखियो नाल, क्योंकि आपां प्रिंसीपल वैल्यू लैनी है, ऐ नहीं लैनी सीधा। इत्थे पॉजिटिव आए चाहे नैगेटिव है, जिद्दां पिछले सम च नैगेटिव आया ही आपां फिर भी पॉजिटिव लैके वैल्यू कड्ढी है। नैगेटिव कित्थे जाना है, उन्हें नाल जदों आपां लिख देना भी किहड़े क्वाड्रेंट च है। थीटा ने अपने आप ही पॉजिटिव नैगेटिव एडजस्ट कर देना है जदों आपां लिख देना भी थीटा किहड़े क्वाड्रेंट च है। जिद्दां 45 डिग्री ए हुण किहड़े क्वाड्रेंट च है, देखो एक्स ते वाई दी वैल्यू, एक्स नैगेटिव वाई नैगेटिव, दोनों नैगेटिव कदों होंदे हैं, दोनों नैगेटिव कदों होंदे हैं थर्ड क्वाड्रेंट च। सानूं पता है थर्ड क्वाड्रेंट च एक्स भी नैगेटिव होंदा है ते वाई भी नैगेटिव। इत्थे भी लिख दो थीटा कितना है 45 डिग्री, पर किहड़े क्वाड्रेंट च, तीसरे क्वाड्रेंट च। ते क्योंकि आपां प्रिंसीपल वैल्यू लेनी है ना, ते प्रिंसीपल वैल्यू कितनी आ गई थीटा दी, बोलो प्रिंसिपल वैल्यू कितनी आ गई -π प्लस थीटा। फिर आप ना -π प्लस थीटा मतलब π/4। सॉल्व करो, एलसीएम ले -π प्लस π/4। एनू थोड़ा जिहा सॉल्व कर लियो, एलसीएम ले थले कितना आ गया 4 -4π प्लस π, ए कितना आ गया -3π/4। शायद वीडियो च ना आए, -3π/4 आ रहे हैं, -3π/, एलसीएम लियो -3π/4। ध्यान रखना जो आप थीटा कर लिया, ए थीटा नहीं पुट करना, ए जरूर देखना भी थीटा किहड़े क्वाड्रेंट च लाई करता है। वो कित्थों पता लगना है, ए एक्स ते वाई दी वैल्यू, एक्स भी नैगेटिव वाई भी नैगेटिव किहड़े क्वाड्रेंट च है थर्ड च। ते कंपलैक्स नंबर की कहता थर्ड दे विच फिर जो आ जाए तो फिर आप थीटा थीटा ही लेना, की लेना है -π प्लस थीटा -180 प्लस थीटा। तो -180 प्लस थीटा जाते इदा ही ले दो सीधा ही, मैं इतने साफ साफ करके लिख देना
फिर तो थोड़ा जिहा नजर नहीं आ रहा, थर्ड क्वाड्रेंट च आ गया। तो प्रिंसीपल वैल्यू कितनी आ गई, तुम लिख लो पूरा, प्रिंसीपल वैल्यू कितनी आ गई थीटा की, है ना, -पाई प्लस पाई बाय 4। एनू जो तुम एलसीएम लैके सॉल्व करोगे -3 पाई बाय 4। अच्छा, ए आर ते ए थीटा की वैल्यू तुम किस पुट कर देनी है 1 च, ए आर ते ए थीटा की वैल्यू किस पुट कर देनी है, फिर वही चीज पुट आर एंड थीटा इन 1। अगे आप 1 माइनस योटा नूं कीता ही, हुण -1 माइनस योटा किहदे कोल आ गया, करो पुट, आर कितना √2 कोस -3 पाई बाय 4 प्लस एटा साइन -3 पाई बाय 4। ਇਹ ਤੁਹਾਡੇ ਕੋਲ ਦੋ ਸਮ NCERT ਦੇ ਗਏ ਸੀ, ਹਾਊ ਟੂ ਕਨਵਰਟ ਕੰਪਲੈਕਸ ਨੰਬਰ ਇਨਟੂ ਪੋਲਰ ਫੋਮ। ਇਸ ਤੋਂ ਇਲਾਵਾ ਹੋਰ ਵੀ ਸਮ ਬੜੇ ਗਏ ਆ, ਤੁਸੀਂ ਦੇਖਣਾ। ਮੈਂ ਤੁਹਾਨੂੰ ਇੱਕ ਹੋਰ ਸਮ ਕਰਵਾਉਣਾ। ਕਈ ਵਾਰੀ ਕੀ ਹੁੰਦਾ ਹੈ, ਸਾਨੂੰ ਸਮ ਪਾਉਂਦਾ ਹੈ ਐਦਾਂ, ਇਹ ਮੈਂ ਰੱਬ ਕਰਨ ਲੱਗਾ, क्या उन्हें आई उन्हें पोलर फॉर्म च लिखो, पता उन्हें कंफ्यूजिंग की पाना है, फाइंड ऐसा लिखा है सम, फाइंड या मॉडुलस, मॉडुलस फाइंड कन्वर्ट वन प्लस योटा 1 माइनस योटा इंटू मॉडुलस एम्पलीट्यूड फॉर्म, मॉडुलस एम्पलीट्यूड फॉर्म। एक कितना सम होएगा, ठीक है जी। मैं तो उस दिन भी क्या सी भी पोलर फॉर्म लिख देगा या मॉडुलस एम्पलीट्यूड फॉर्म लिख देगा, इको ही मतलब है। पोलर फॉर्म लिख देगा चाहे मॉडुलस एम्पलीट्यूड फॉर्म लिख देगा, इको ही मतलब है सर, ठीक है जी। मॉडुलस आर होंदा है, मॉडुलस एम्पलीट्यूड नहीं, मॉडुलस आर्गूमेंट फॉर्म। एम्पलीट्यूड ते मॉडुलस इको ही चीज होंदा है, एम्पलीट्यूड ते मॉडुलस इको ही होंदा है, मॉडुलस आर्गूमेंट फॉर्म, ठीक है। एम्पलीट्यूड ते मॉडुलस सेम चीज है। मॉडुलस नूं कदी कदाई एम्पलीट्यूड भी कहंदा है, मॉडुलस नूं कदी कदाई एम्पलीट्यूड भी कहंदा है। मॉडुलस मॉडुलस आर्गूमेंट फॉर्म, आर्गूमेंट मतलब थीटा, एम्पलीट्यूड मॉडुलस इको चीज होंदी। करो इनू कन्वर्ट, मॉडुलस एम्पलीट्यूड मतलब मॉडुलस आर्गूमेंट मतलब आर थीटा फॉर्म। पर इनू किद्दां कन्वर्ट कर दईए, आपां कन्वर्ट तो तां करांगे ना अगर की होएगा x प्लस योटा वाई, x प्लस योटा वाई मतलब सिंगल कंपलैक्स नंबर, पर है तो सिंगल है नहीं है, तो दो कंपलैक्स नंबर आ गए डिवाइड च। ਇਹਦਾ मतलब उन्हें की कीता है, ਜਿਹੜੀ पिछले कंसैप्ट पढ़िया ए एक्सरसाइज ਤੇ ਇਹ बी एक्सरसाइज इकट्ठी करती। पहला ਤੁਸੀਂ ਕੀ ਕਰੋ, ਇਹਨੂੰ ਸਿੰਗਲ ਕੰਪਲੈਕਸ ਨੰਬਰ 'ਚ ਲੈ ਕੇ ਆਓ। ਕਿੱਦਾਂ, ਇਹ ਡਿਨੋਮੀਨੇਟਰ ਵਾਲਾ ਇਓਟਾ ਐਲੀਮੀਨੇਟ ਕਰੋ। ਤੇ ਐਲੀਮੀਨੇਟ ਕਿੱਦਾਂ ਕਰੇ, ਕੀ ਕਰਨਾ ਇਹਨੂੰ, ਰੀਅਲਾਈਜੇਸ਼ਨ, ਹੈ ਨਾ। ਇਹਦਾ मतलब ਇੱਕੋ ਸਮ 'ਚ ਦੋ ਸਮ ਪਾਤੇ ਉਹਨੇ ਕੰਸੈप्ट। ਇਹ ਉੱਪਰ ਕਿੰਨਾ ਆ ਗਿਆ, ਪਹਿਲਾਂ ਥੱਲੋਂ ਇਓਟਾ ਖਤਮ ਕਰੋ, ए माइनस बी, ए प्लस बी, ए स्क्वायर माइनस बी स्क्वायर, ए कितना आ गया, ए स्क्वायर प्लस बी स्क्वायर प्लस 2ab। 1 माइनस माइनस एटा स्क्वायर कितना आ गया, -1 ते माइनस माइनस की हो गए प्लस 1 प्लस -1 प्लस 2 एटा थले कितना आ गया 1 प्लस 1। ए कटिया गया, ए कटिया गया, 1 प्लस माइनस कटिया गया, ऊपर की बच गया कला 2 ਤੇ ਥੱਲੇ ਵੀ 2 ਤੇ ਕੱਟ ਕੇ ਕਿੰਨਾ ਬਣ ਗਿਆ, ਸਿਰਫ ਆਇਓਟਾ। ਕੀ ਬਣ ਗਿਆ ਸਾਡੇ ਕੋਲ, ਆਇਓਟਾ। ਤੁਸੀਂ ਦੇਖਣਾ ਆਪਣੀ ਐਨਸੀਈਆਰਟੀ ਬੁੱਕ 'ਚ ਆਪਾਂ ਪਿੱਛੇ ਇੱਕ ਸਮ ਛੱਡ ਗਏ, ਇੱਕ ਟਾਈਪ ਇਦਾਂ ਵੀ ਆਣੀ ਹੈ, ਕਿਉਂਕਿ ਮੈਂ ਇਹ ਸਮ ਕਰਾਣਾ ਇਸ ਕਰਕੇ ਉਹ 'ਚ ਨਹੀਂ ਕਰਾਇਆ। ਜਿਹੜਾ ਆਪਾਂ ਪਿਛਲਾ ਸਮ ਪੜ੍ਹਿਆ ਅੱਜ, ਉਹਦੇ ਵਿੱਚ ਕਈ ਵਾਰੀ ਸਿੱਧਾ ਹੀ ਮਤਲਬ ਇੱਥੋਂ ਸ਼ੁਰੂ ਕਰ ਦਿੰਦਾ ਵੀ ਇਹਨੂੰ ਉਹਦੇ 'ਚ ਲਿਖੋ ਪੋਲਰ ਫਾਰਮ 'ਚ, ਹੈ ਨਾ, ਜਾਂ ਇਦਾਂ ਪਾ ਦੇਗਾ। ਇਹਨੂੰ ਕਹਿੰਦਾ ਕਿ ਇਹ 'ਚ ਲਿਖੋ ਮੋਡੂਲਸ ਆਰਗੂਮੈਂਟ ਫਾਰਮ। ਤੇ ਇਹਨੂੰ ਆਪਾਂ ਮੋਡੂਲਸ ਆਰਗੂਮੈਂਟ 'ਚ ਲਿਖ ਹੀ ਨਹੀਂ ਸਕਦੇ। ਮੋਡੂਲਸ ਆਰਗੂਮੈਂਟ ਕਦੋਂ ਲਿਖੋ ਨਾ, x ਪਲਸ ਇਓਟਾ ਵਾਈ, ਜਦੋਂ ਕੀ ਹੋਏਗਾ ਸਾਡੇ ਕੋਲ ਸਿੰਗਲ ਕੰਪਲੈਕਸ ਨੰਬਰ। ਇਹਦਾ ਮਤਲਬ ਇਹਨੂੰ ਪਹਿਲਾਂ ਸਿੰਗਲ ਜਾਂ ਸਿੰਪਲ ਕੰਪਲੈਕਸ ਨੰਬਰ ਲੈ ਕੇ ਜਾਓ, ਇਹ ਖਤਮ ਕਰੋ ਥੱਲੋਂ, ਇਹ ਬਣ ਗਿਆ। ਹੁਣ ਇਹਨੂੰ ਕੀ ਲੈ ਕੇ ਜਾਣਾ ਅੱਗੇ, ਮੋਡੂਲਸ ਆਰਗੂਮੈਂਟ ਫਾਰਮ ਮਤਲਬ ਆਰ ਥੀਟਾ ਫਾਰਮ। ਹੁਣ ਇਹਨੂੰ ਕਿੱਦਾਂ ਲੈ ਕੇ ਜਾਈਏ, ਇਹ 'ਚ ਤੇ ਰੀਅਲ ਪਾਰਟ ਹੈ ਹੀ ਨਹੀਂ, ਰੀਅਲ ਨਹੀਂ ਹੋਏਗਾ ਜਾਂ ਇਮੈਜਨਰੀ ਨਹੀਂ ਹੋਏਗਾ। ਜਿਹੜਾ ਨਹੀਂ ਹੋਏਗਾ ਤੁਸੀਂ ਉਹਨੂੰ ਕੀ ਲਿਖ ਦੇਣਾ, ਇਹਨੂੰ 0 ਪਲਸ ਇਓਟਾ।
ਇਹ 'ਚ ਰੀਅਲ ਪਾਰਟ ਜਾਏਗਾ ਤੇ ਰੀਅਲ जगह लिख देना ਆਪਾਂ 0। ਤੁਸੀਂ ਪਿੱਛੇ ਸਾਹਮ देखना अगर एनसीईआरटी ਦੀ बुक होएगी ਉਹਨੇ ਕਿਹਾ ਹੈਗਾ 3 ਨੂੰ ਲਿਖੋ ਪੋਲਰ ਫਾਰਮ 'ਚ, 3 ਨੂੰ ਲਿਖੋ ਪੋਲਰ ਫਾਰਮ 'ਚ ਤੇ 3 ਨੂੰ ਕਿੱਦਾਂ ਲਿਖੀਏ, ਇੱਥੇ ਇਮੇਜਿਨਰੀ ਪਾਰਟ ਹੈ ਹੀ ਨਹੀਂ ਤੇ ਫਿਰ ਆਪਾਂ ਇਹਨੂੰ ਕਿੱਦਾਂ ਲਿਖ ਦੇਣਾ 3 + 0 ਇਓਟਾ, ਜਾਂ ਕਹਿ ਦੇਗਾ 1 ਨੂੰ ਲਿਖੋ ਪੋਲਰ ਫਾਰਮ 'ਚ, 1 ਨੂੰ ਲਿਖੋ ਕਨਵਰਟ 1 ਇਨਟੂ ਪੋਲਰ ਫਾਰਮ। ਤੇ ਅਗਰ ਰੀਅਲ ਪਾर्ट ਦਿੱਤਾ ਇਮੇਜਿਨਰੀ ਨਹੀਂ ਗਿਵਨ ਹੈਗਾ ਤੇ ਫਿਰ ਇਮੇਜਿਨਰੀ ਨੂੰ 0 ਇਓਟਾ ਲਿਖ ਦਿਓ, ਅਗਰ ਇਮੇਜਿਨਰੀ ਗਾ ਰੀਅल नहीं गा तो फिर रियल की जगह 0 है ना, ਇਹ देख लेना। फिर आप सामने आइए मॉडुलस आर्गूमेंट फॉर्म, पहला ਇਹਨੂੰ ਆਪਾਂ ਸਿੰਪਲ ਕੰਪਲੈਕਸ ਨੰਬਰ ਬਣਾਤਾ, ਹੁਣ ਇੱਥੋਂ ਦੀ ਇਹਨੂੰ ਆਪਾਂ ਕੀ ਕਰਨਾ ਹੈ ਪੋਲਰ ਫਾਰਮ 'ਚ ਲਿਖਣਾ ਹੈ। ਹੁਣ ਇਹਨੂੰ ਪੋਲਰ ਫਾਰਮ 'ਚ ਕਿੱਦਾਂ ਲਿਖਾਂਗੇ, ਕੀ ਹੁੰਦੀ ਪੋਲਰ ਫਾਰਮ, ਮੋਡੂਲਸ ਆਰਗੂਮੈਂਟ मतलब ਪੋਲਰ ਫਾਰਮ r cos थीटा प्लस iota sin थीटा, r cos थीटा प्लस iota sin थीटा। फिर नंबर 1 आ गया, ਆਪਾਂ ਕੀ ਨਿਕਾਲਣਾ ਇੱਥੋਂ ਦੀ r ਤੇ ਥੀਟਾ, ਪਹਿਲਾਂ ਕੰਪੇਅਰ ਕਰਿਓ ਉਹਨੂੰ, x ਕਿੰਨਾ ਆ ਗਿਆ, ਰੀਅਲ ਪਾਰਟ ਕਿੰਨਾ ਆ ਗਿਆ 0, ਇਮੇਜਿਨਰੀ iota ਦੇ ਨਾਲ ਪੁੱਛਣਾ ਇਹਦੇ 1, r ਕਿੰਨਾ ਆਂਦਾ ਹੈ √x² + y², ਇਹ ਕਿੰਨਾ ਆ ਗਿਆ 0 + 1, 0 + 1 मतलब 1, 1 ਦਾ ਅੰਡਰ ਫਿਰ 1, r ਕਿੰਨਾ ਆ ਗਿਆ 1। ਹੁਣ ਇਸ ਤੋਂ ਬਾਅਦ ਕੀ ਨਿਕਾਲਣਾ ਆਪਾਂ ਨੇ ਥੀਟਾ, ਥੀਟਾ ਦਾ ਕੀ ਫਾਰਮੂਲਾ ਹੁੰਦਾ tan ਥੀਟਾ, tan ਥੀਟਾ ਕਿੰਨਾ ਹੁੰਦਾ ਹੈ y/x है ना, y कितना है, y कितना है 1 ਤੇ x कितना है 0, 1/0 मैं थोड़ा ऐसे लिख देना है ना, 1/0 इन्फिनिटी, अगर किसी ने भी 0 ਨਾਲ डिवाइड करती तो की बन जाए इन्फिनिटी। tan इन्फिनिटी कदों ਹੁੰਦਾ है 90 ਦੇ, नॉट डिफाइंड इन्फिनिटी। थीटा कितना आ गया 90, पर क्योंकि आप प्रिंसीपल वैल्यू लेनी है इस करके मैंने फिर चेक करना पड़ेगा भी यह थीटा किहड़े विच आंदा है, किहड़े क्वाड्रेंट च आंदा है, कित्थों पता लगेगा, ऐ नहीं करना फटाफट भी आर की वैल्यू 1 आ गई थीटा की π/2 उत्थे पुट कर दो, नहीं पहला आप देखना पेगा भी थीटा चलो ऐ तो आ गया, पर आप यह भी देखना क्योंकि प्रिंसीपल वैल्यू लेनी है तो प्रिंसीपल वैल्यू वास्ते सानू क्वाड्रेंट देखना पेगा। एक्स की है पॉजिटिव तो वाई भी पॉजिटिव, एक्स पॉजिटिव वाई पॉजिटिव, अच्छा x पॉजिटिव y पॉजिटिव कदों ਹੁੰਦਾ ਹੈ, ਇੱਥੇ ਬਣਾਇਓ x पॉजिटिव y पॉजिटिव कदों ਹੁੰਦਾ ਹੈ, ਉਹ ਕਿਹੜੇ ਕੁਆਡਰੈਂਟ ਹੁੰਦਾ x ਵੀ ਪੋਜ਼ਿਟਿਵ ਤੇ y ਵੀ ਪੋਜ਼ਿਟਿਵ, ਫਸਟ ਕੁਆਡਰੈਂਟ ਚ, ਦੋਨੋਂ ਪੋਜ਼ਿਟਿਵ ਕਿਹੜੇ ਕੁਆਡਰੈਂਟ ਚ ਹੁੰਦੇ ਆ ਫਸਟ ਕੁਆਡਰੈਂਟ ਚ, ਤੇ ਸਾਨੂੰ ਪਤਾ ਫਸਟ ਕੁਆਡਰੈਂਟ ਚ ਆਪਾਂ ਥੀਟਾ ਕੀ ਲੈਂਦੇ ਹੁੰਦੇ ਸੀ, ਹਾਂਜੀ ਫਸਟ ਕੁਆਡਰੈਂਟ ਚ ਕੀ ਲੈਂਦੇ ਹੁੰਦੇ ਸੀ ਆਪਾਂ ਥੀਟਾ, ਥੀਟਾ ਹੀ ਲੈਂਦੇ ਹੁੰਦੇ ਸੀ। ਇਹਦਾ ਮਤਲਬ ਫਿਰ ਪ੍ਰਿੰਸੀਪਲ ਵੈਲਿਊ ਵੀ ਕਿੰਨੀ ਆ ਗਈ ਇਹ ਚ, वो प्रिंसिपल वैल्यू भी कितनी आ गई, वो भी कितनी आ गई π/2, प्रिंसिपल वैल्यू भी कितनी आ गई π/2, क्योंकि x भी पॉजिटिव है तो y भी पॉजिटिव, तो किहड़े क्वाड्रेंट आ गया फर्स्ट क्वाड्रेंट। ठीक है जी, जे तुम कहते हो तो मैं थोड़ा सा रब करके लिख देना, यह आपने पढ़ लिया है ना, यह भी कर लिया, यह भी कर लिया, इन्हें उत्थे लिखने की बजाय साफ साफ करके अपन लिख दें, क्या कितना आ गया tan थीटा 1/0, 1/0 मतलब इन्फिनिटी, थीटा कितना आ गया π/2, किहड़े क्वाड्रेंट च चेक करियो, x पॉजिटिव y पॉजिटिव फर्स्ट क्वाड्रेंट, ते फर्स्ट क्वाड्रेंट च थीटा थीटा ही हुंदा है, इस करके लाइज इन फर्स्ट क्वाड्रेंट, इत्थे लिखना जरूर। तो प्रिंसिपल वैल्यू भी कितनी आ गई, प्रिंसिपल वैल्यू ऑफ थीटा कितनी आ गई π/2 है ना, देयरफॉर फ्रॉम 1 या पुट r एंड थीटा इन 1, पुट r एंड थीटा इन 1, ਇਹਦਾ मतलब 0 + iota ਕਿਹਦੇ ਕੋਲ ਹੋ ਗਿਆ, r ਕਿੰਨਾ ਸੀ 1 ਤੇ ਥੀਟਾ cos 90 + iota sin 90, ਤੇ ਇਹ ਸਾਡੇ ਕੋਲ ਕੀ ਹੋ ਗਿਆ, ਜਿਹੜਾ ਸਟਾਰਟਿੰਗ ਜਗ੍ਹਾ ਸੀ ਉਹਨੂੰ ਆਪਾਂ ਕੀ ਲਿਖਤਾ ਪੋਲਰ ਫਾਰਮ ਚ। ਠੀਕ ਹੈ ਜੀ, ਇਸ ਤੋਂ ਬਾਅਦ ਤੁਹਾਡੇ ਕੋਲ ਇੱਕ ਐਕਸਰਸਾਈਜ਼ ਹੋਰ ਹੈ, ਉਹ ਬੜੀ ਸੌਖੀ ਜੀ ਹੈ, ਮੈਂ ਵਿੱਚ ਹੀ ਕਰਵਾਉਣਾ ਹੈ ਨਾ, ਬਸ ਬਾਕੀ ਸਮ ਦੇਖਿਓ ਇਹਦੇ ਨਾਲ ਦੇ, ਬੜੇ ਸਮ ਹੋਣੇ ਇਦਾਂ ਦੇ। ਪਹਿਲਾਂ ਤੁਹਾਨੂੰ ਦੋ ਐਕਸਰਸਾਈਜ਼ਾਂ ਨੂੰ ਮਿਲਾ ਕੇ ਬਣਾਇਆ ਹੋਣਾ, ਪਹਿਲਾਂ ਤੁਸੀਂ ਉਹਨੂੰ ਸਿੰਗਲ ਚ ਕਨਵਰਟ ਕਰਿਓ, ਸਿੰਗਲ ਚ ਕਨਵਰਟ, ਸਿੰਗਲ ਕੰਪਲੈਕਸ ਨੰਬਰ ਚ ਕਨਵਰਟ ਕਰਨ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਪੋਲਰ ਫਾਰਮ ਚ ਉਹਨੇ ਕਿਹਾ ਹੈਗਾ ਸੋਲਵ ਕਰਨ ਨੂੰ। ਇਸ ਤੋਂ ਬਾਅਦ ਸਾਡੇ ਕੋਲ ਕਈ ਸਮ ਇਦਾਂ ਦੇ ਹੈਗੇ ਆ, ਇਹ ਖਾਸ ਕਰਕੇ
थर्ड एक्सरसाइज है ਤੁਹਾਡੀ ਉਹਨੇ ਇਦਾਂ ਜਿੱਦਾਂ ਆਪਾਂ ਬੜੇ ਸੌਖੇ ਸਾਹਮਣੇ ਇਹ ਤੁਸੀਂ 10th ਚ ਵੀ ਪੜ੍ਹੇ ਹੈ ਥੋੜਾ ਜਿਹਾ ਚੇਂਜ ਹੈ ਨਾ ਆਪਾਂ ਨੇ ਵੈਸੇ ਵੀ ਕਰ ਲਈ ਹੋਈ ਇਹ ਚੀਜ਼ ਹੈ 2x ਕੇ ਉਹਨੇ ਕਹਿੰਦਾ ਸੋਲਵ ਕਰੋ ਉਹਨੂੰ ਕੁਆਡਰੇਟਿਕ ਨੂੰ ਸੋਲਵ 2x ਸਕੁਅਰ ਪਲੱਸ x ਪਲੱਸ 1 ਇਜ਼ ਇਕੁਅਲ ਟੂ 0 ਉਹਨੇ ਕੀ ਕਹਿਣਾ ਕੁਆਡਰੇਟਿਕ ਇਕੁਏਸ਼ਨ ਸੋਲਵ ਕਰੋ ਤੇ ਕੁਆਡਰੇਟਿਕ ਇਕੁਏਸ਼ਨ ਕਿੱਦਾਂ ਸੋਲਵ ਕਰਨੀ ਹੈ ਜਿੱਦਾਂ ਆਪਾਂ 10th ਚ ਕੀਤੀ ਸਪਲਿਟ ਕਰਕੇ ਇਹ ਚ ਦੇਖਣਾ ਸਪਲਿਟ ਨਹੀਂ ਹੋਣੀ ਕੋਈ ਨੰਬਰ ਇਦਾਂ ਲਓ ਮਲਟੀਪਲਾਈ ਕਰਕੇ 2 ਆ ਜਾਏ ਤੇ ਪਲੱਸ ਕਰਕੇ 1 ਬਣ ਜੇ ਨਹੀਂ ਬਣਨਾ ਇਹ ਕੋਈ ਵੀ ਸਪਲਿਟ ਨਹੀਂ ਹੋਣੀ ਹੈ ਜਿਹੜੀਆਂ ਸਪਲਿਟ ਹੋਣੀਆਂ ਸੀ ਜਾਂ ਜਿਹੜੇ ਫੈਕਟਰ ਬਣ ਜਾਂਦੇ ਉਹ ਆਪਾਂ ਪੜ੍ਹ ਲਈਏ 10th ਚ ਫਿਰ ਇਹਨੂੰ ਕਿੱਦਾਂ ਸੋਲਵ ਕਰੀਏ ਅੱਛਾ ਜਦੋਂ ਸਪਲਿਟ ਨਹੀਂ ਹੁੰਦਾ ਫਿਰ ਆਪਾਂ ਡਿਸਕ੍ਰਿਮੀਨੇਟ ਵਾਲਾ ਫਾਰਮੂਲਾ ਲਗਾਉਂਦੇ ਸੀ लगाओ इतने भी डिस्क्रिमिनेंट वाला फार्मूला x कितना आ गया माइनस बी प्लस माइनस बी स्क्वायर माइनस 4ac ਹੁਣ ਮੈਂ ਇੱਥੇ ਐ ਨਹੀਂ ਲਿਖਿਆ ਵੀ a ਕਿੰਨਾ ਹੈ 2b ਕਿੰਨਾ ਜੇ ਕਰਨਾ ਹੈਗਾ ਕੰਪੇਅਰ ਤੇ ਕਰ ਲਿਓ ਉਹਨੂੰ ਕੰਪੇਅਰ ਇਟ ਵਿਦ ਕਿਹਦੇ ਨਾਲ ax ਸਕੁਅਰ ਪਲੱਸ bx ਪਲੱਸ c therefore a कितना आ गया 2 b कितना आ गया 1 c कितना आ गया 1 फिर उस तो बाद है ठीक है जो उदा करना है उदा कर लीजिए सीधा ही ਇਹਨੂੰ ਕਿੱਦਾਂ ਸੋਲਵ ਕਰਨਾ ਹੈ ਸਿੱਧਾ ਹੀ ਫਾਰਮੂਲਾ ਲਗਾਤਾ ਜੇ ਇਹਨਾਂ ਕੰਪੇਅਰ ਕਰਕੇ ਕਰਨਾ ਕੰਪੇਅਰ ਕਰਕੇ ਲਿਖ ਲਿਆ ਚੀਜ਼ ਵਿੱਚ ਲਿਖ ਲਿਓ ਪਹਿਲਾਂ ਨਹੀਂ ਤਾਂ 2a ਕਿੰਨਾ ਆ ਗਿਆ 2 ਜੇ ਤੁਸੀਂ ਕਹਿੰਦੇ ਤਾਂ ਮੈਂ ਲਿਖ ਹੀ ਦਿੰਦਾ ਹੈ ਨਾ ਇਹ ਵਿੱਚ ਕਰ ਲਿਓ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਇਹਦੇ ਜੇ ਨਾ ਹੋਏ ਤੇ ਇਹਨੂੰ ਆਪਾਂ ਕਿੰਨਾ ਕੰਪੇਅਰ ਕਰਦੇ ਹੁੰਦੇ ਸੀ compare it with ax square plus bx plus c is equal to 0 a कितना आ गया 2 b कितना आ गया 1 c कितना आ गया 1 अगर ना सप्लिट हो ये फार्मूला कितना है माइनस b प्लस माइनस b स्क्वायर माइनस 4ac अपॉन 2a हैगा सी है फिर लगाओ माइनस b कितना है माइनस 1 प्लस माइनस b स्क्वायर 1 ਦਾ ਸਕੁਅਰ ਮਾਈਨਸ 4a ਕਿੰਨਾ ਹੈ 2 ਤੇ c ਕਿੰਨਾ ਹੈ 1 ਤੇ ਨੀਚੇ 2a ਅਤੇ ਧਿਆਨ ਨਾਲ ਦੇਖੋ ਇਹ ਕੀ ਬਣ ਜਾਣਾ -1 ਪਲੱਸ ਮਾਈਨਸ 1 ਮਾਈਨਸ 8 ਅਪੋਨ 4 ਇਹ ਆਪਾਂ ਸਟਾਰਟਿੰਗ ਤੇ ਵੀ ਕੀਤਾ ਜਦੋਂ ਆਪਾਂ ਕੰਪਲੈਕਸ ਨੰਬਰ ਸ਼ੁਰੂ ਕੀਤੇ ਜੀ ਤੇ ਇਹ ਕੀ ਬਣ ਗਿਆ -1 ਪਲੱਸ ਮਾਈਨਸ ਅੰਡਰਰੂਟ -7/4 ਤੇ ਇਹ ਸਾਡੇ ਕੋਲ ਕੀ ਬਣ ਗਿਆ -1 ਪਲੱਸ ਮਾਈਨਸ ਕਿਉਂਕਿ ਆਪਾਂ ਪੜਿਆ ਅੰਡਰਰੂਟ ਦੇ ਵਿੱਚ ਜਦੋਂ ਵੀ ਨੈਗੇਟਿਵ ਆਏਗਾ ਤੇ ਕੀ ਬਣੇਗਾ ਕੰਪਲੈਕਸ ਨੰਬਰ ਇਹ ਜਿੰਨੀ ਵੀ ਐਕਸਰਸਾਈਜ਼ ਹੈ ਇਹਨਾਂ ਸਾਰਿਆਂ ਦੇ ਵਿੱਚ ਅੰਡਰਰੂਟ ਦੇ ਵਿੱਚ ਕੀ ਆਇਨਾ ਹੈ ਨੈਗੇਟਿਵ ਕਰਨਾ ਟਰਾਈ ਮੈਂ ਪਿਕ ਸੈਂਡ ਕਰਾਂਗਾ ਤੁਹਾਨੂੰ ਅੰਡਰਰੂਟ ਦੇ ਵਿੱਚ ਕੀ ਆਇਨਾ ਮਾਈਨਸ ਤੇ ਇਹ 7 ਅੰਡਰਰੂਟ 7 ਇਓਟਾ ਤੇ ਥੱਲੇ ਡਿਵਾਈਡ ਕਰਕੇ ਕੀ ਆਇਨਾ 4 ਅੰਡਰਰੂਟ 7 ਇਓਟਾ ਤੇ ਥੱਲੇ ਡਿਵਾਈਡ ਹੋ ਕੇ ਕੀ ਆਇਨਾ 4 ਤੇ ਇਹ ਤੁਹਾਡੇ ਕੋਲ ਕੀ ਬਣ ਗਿਆ ਆਨਸਰ ਉਹਨੇ ਕਿਹਾ ਸੋਲਵ ਕਰੋ ਮਤਲਬ ਹੁਣ ਜਿਹੜੀਆਂ ਆਪਾਂ ਇਕੁਏਸ਼ਨਾਂ ਸੋਲਵ ਕਰਨੀਆਂ ਕੁਆਡਰੇਟਿਕ ਇਹਦੇ ਸੋਲੂਸ਼ਨ ਕਿੱਥੇ ਆਣੀ ਕਿ ਚ ਆਣੀ ਹੈ ਕੰਪਲੈਕਸ ਨੰਬਰ ਚ ਇਹ ਆਪਾਂ ਪੜਿਆ ਸੀ ਫਾਰਮੂਲਾ ਸਾਰੇ ਪੜ੍ਹੀਆਂ ਚੀਜ਼ਾਂ ਸਿਰਫ ਐ ਨਹੀਂ ਪੜਿਆ ਵੀ ਅੰਡਰਰੂਟ ਦੇ ਵਿੱਚ ਕੀ ਆ ਗਿਆ ਨੈਗੇਟਿਵ ਉਹ ਵੀ ਅਸੀਂ ਹੁਣ ਪੜ੍ਹ ਲਿਆ ਵੀ ਅੰਡਰਰੂਟ ਚ ਨੈਗੇਟਿਵ ਆਏ ਤੇ ਕੀ ਆਇਨਾ ਅੰਡਰਰੂਟ 7 ਇਓਟਾ ਸਾਰੀਆਂ ਇਕੁਏਸ਼ਨਾਂ ਉਦਾਂ ਹੀ ਸੋਲਵ ਹੋਣੀਆਂ ਸਪਲਿਟ ਨਹੀਂ ਹੋਣੀਆਂ ਇਹੀ ਫਾਰਮੂਲਾ ਲੱਗਣਾ ਹਰ ਵਾਰੀ ਜਦੋਂ ਵੀ ਕਰੋਗੇ ਅੰਡਰਰੂਟ ਦੇ ਵਿੱਚ ਕੀ ਆਇਨਾ ਨੈਗੇਟਿਵ ਤੇ ਅੱਜ ਦਾ ਟੌਪਿਕ ਸੀ ਤੁਹਾਡਾ ਕੰਪਲੈਕਸ ਨੰਬਰ ਪੂਰਾ ਖਤਮ ਹੋ ਗਿਆ ਬਾਕੀ ਇਹਦੇ ਵਿੱਚ ਕਾਫੀ ਚੀਜ਼ਾਂ ਹੈਗੀਆਂ ਕਾਫੀ ਸਮ ਹੈਗੇ ਆ ਜੋ ਤੁਹਾਡੀ ਐਨਸੀਈਆਰਟੀ ਦੀ ਬੁੱਕ 'ਚ ਨਹੀਂ ਦਿੱਤੇ ਬਾਕੀ ਬੁੱਕਸ ਦਿੱਤੇ ਆ ਉਹ ਜਦੋਂ ਕਲਾਸਿਸ ਹੋਣਗੀਆਂ ਸ਼ੁਰੂ ਉਹ ਵਿੱਚ ਕਵਰ ਕੀਤੇ ਜਾਣਗੇ ਥੈਂਕ ਯੂ